ਮਾਂ ਬਾਪ ਦੀ ਕਦੀ ਯਾਦ ਆਉਂਦੀ ਹੈ, ਦੁਆਵਾਂ ਯਾਦ ਆਉਂਦੀਆਂ ਨੇ? ਅਸਲ ਬੜਾ ਤੁਹਾਡਾ ਵੱਡਾ ਸਵਾਲ ਕਰਤਾ। ਮਾਂ ਕੀ ਦੁਆ ਦਿੰਦੀ ਸੀ? ਬਸ ਮਾਂ ਦੀ ਕੋਈ ਦੁਆ ਸੀ, ਜਾ ਪੁੱਤਰ ਅੱਲਾ ਤੈਨੂੰ ਇਸਤਾਂ ਦੇਵੇਗਾ, ਜਿੱਥੇ ਤੂੰ ਜਾਵੇਂਗਾ ਤੈਨੂੰ ਇਸਤਾਂ ਹੀ ਮਿਲਣਗੀਆਂ। ਮਾਂ ਦੀ ਮਿੱਠੜੀ ਬੋਲੀ ਸੀ ਨਾ ਠਾਰ ਦੀਏ, ਸੋਹਣਾ ਕਹਿ ਕੇ ਮਾਂ ਜਦ ਵਾਜਾਂ ਮਾਰ ਦੀਏ, ਸੋਹਣਾ ਕਹਿ ਕੇ ਮਾਂ ਜਦ ਵਾਜਾਂ ਮਾਰ ਦੀਏ। ਮਗਰ ਜਿਸ ਦਿਨ ਦੀ ਮੇਰੀ ਵਾਲਦਾ ਫੌਤ ਹੋ ਗਈ, ਮੈਂ ਉਸ ਦਿਨ ਤੋਂ ਬਾਅਦ ਗਰਾਊਂਡ 'ਚ ਨਹੀਂ ਗਿਆ, ਕਿਉਂਕਿ ਜੋ ਮਾਂ ਤੁਹਾਨੂੰ ਦੁਆਵਾਂ ਦਿੰਦੀ ਹੈ ਨਾ ਪਿੱਛੋਂ, ਜਦੋਂ ਤੁਸੀਂ ਜਾਂਦੇ ਜੇ ਖੇਡਦੇ ਜੇ, ਉਹ ਦੁਨੀਆ ਤੇ ਹੋਰ ਕੋਈ ਦੁਆ ਨਹੀਂ ਦੇ ਸਕਦਾ। ਮੈਂ ਦੁਨੀਆ ਵਿੱਚ ਆਪਣੇ ਮਾਂ ਤੇ ਬਾਪ ਤੋਂ ਵੱਡਾ ਤੁਹਾਡੇ ਵਾਸਤੇ ਖੈਰਖਾ ਕੋਈ ਨਹੀਂ, ਤੁਹਾਡੇ ਵਾਸਤੇ ਦੁਆ ਕਰਨ ਵਾਲਾ ਕੋਈ ਨਹੀਂ, ਔਰ ਤੁਹਾਡੀਆਂ ਖੈਰਾਂ ਮੰਗਣ ਵਾਲਾ ਕੋਈ ਨਹੀਂ। ਲਓ ਜੀ, ਸਾਂਝੇ ਪੰਜਾਬ ਦੀ ਗੱਲ ਕਰੀਏ, ਆਪਣੇ ਮਨ ਦੀ ਗੱਲ ਕਰੀਏ, ਸੂਫੀਆ ਦੀ ਗੱਲ ਕਰੀਏ, ਤੇ ਸਾਨੂੰ ਪੰਜਾਬ ਦੀ ਧਰਤੀ ਸੂਫੀਆ ਦੀ ਤਲੀਮਾਤ ਦੇ ਨਾਲ ਮੁਜ਼ੱਯਨ ਮਿਲਦੀ ਏ। ਰੰਗ ਪਰੰਗੇ ਖੇਤ ਖਲਿਆਣਾ ਦੀ ਗੱਲ ਕਰੀਏ ਤੇ ਸੂਫੀਆਨਾ ਕਲਾਮ ਦੀ ਇੱਕ ਝਲਕ ਨਜ਼ਰ ਆਉਂਦੀ ਹੈ। ਤੇ ਅੱਜ ਮੈਂ ਇਸ ਪੰਜਾਬ ਦੇ ਉਸ ਨਮਕੀਲੇ ਸੂਫੀ ਕਲਾਮ ਪੜ੍ਹਨ ਵਾਲੇ ਸਿੰਗਰ ਦੇ ਕੋਲ ਆਇਆ ਵਾਂ, ਜਿਹਦਾ ਨਾਂ ਕਿਸੇ ਦਾ ਮੁਹਤਾਜ ਨਹੀਂ, ਤੇ ਉਹ ਨਮਕੀਲਾ ਸ਼ਾਇਰ ਵੀ ਏ ਤੇ ਸੂਫੀ ਕਲਾਮ ਪੜ੍ਹਨ ਵਾਲਾ ਵੀ ਏ। ਤੇ ਉਹ ਚੀਜ਼, ਉਹ ਬੰਦਾ ਜਿਹੜਾ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਵੀ ਹੱਸਦਾ ਖੇਡਦਾ ਵੇ ਤੇ ਗੱਲ ਵੀ ਕਰਦਾ ਵੇ, ਹਸਨੈਨ ਅਕਬਰ। अस्सलाम वालेकुम। वालेकुम सलाम जनाब। हसनैन वीर की हाल है? बहुत वधिया, शुक्र अल्लाह दा। मैं ते बटावे वाली गल कर छड़ी है, ते पाकिस्तान तो बाहर भी हसदा खेडदा है। बस जी, ये तुहाडी मुहब्बत है। हसनैन वीर, गल करिए अज अपने पंजाब दी, ते मुढ़ली तलीम अपने पिंड अजनाला तो हासिल कीती, ते आला तलीम भी हासिल कर लई, ते उस तो बाद ਆਪਣੇ ਇਸ ਅਬਾਈ ਪਿੰਡ ਜਿਹੜਾ ਪਸਮਾਂਦਾ ਜਿਹਾ ਵੇ, ਇੱਥੋਂ ਫਿਰ ਹਵਾਈ ਜਹਾਜ਼ ਨੂੰ ਉਡਾਨ ਵੀ ਭਰੀ, ਤੇ ਇਹ ਸਫ਼ਰ ਕਿਵੇਂ ਕੀਤਾ? ਇਹਦੇ ਵਿੱਚ ਜੀ ਸਭ ਤੋਂ ਪਹਿਲੇ ਮੇਰੇ ਵਾਲਿदैन, ਅਸਾਜ਼ਾ, ਦੋਸਤ ਔਰ ਤੁਹਾਡੇ ਵਰਗੇ ਮੇਰੇ ਮੋਹਸਨ ਜਿਹੜੇ ਭਾਈ ਨੇ, ਇਹ ਤੁਹਾਡੀ ਕਾਵਸ਼ ਔਰ ਅੱਲਾਹ ਪਾਕ ਦਾ ਕਰਮ ਇਹਦੇ ਵਿੱਚ। ਤੇ ਮਾਸ਼ਾਅੱਲਾ ਤੁਸੀਂ ਸਕੂਲ ਵਿੱਚ ਪੜ੍ਹਾਉਂਦੇ ਵੀ ਹੋ, ਇੱਕ ਪਾਸੇ ਪੜ੍ਹਾਈ, ਦੂਜੇ ਪਾਸੇ ਸੂਫੀਆਨਾ ਕਲਾਮ ਪੜ੍ਹਨ ਦਾ ਸ਼ੌਕ ਕਿਵੇਂ ਆਇਆ? ਅਸਲ 'ਚ ਸਕੂਲ 'ਚ ਪੜ੍ਹਾਉਣਾ ਜਿਹੜਾ ਉਹ ਇਸ ਤਰ੍ਹਾਂ ਹੈ ਕਿ ਮੈਂ ਉਹ ਬੰਦਾ ਵਾਂ ਕਿ ਮੈਂ ਅੱਜ ਤੱਕ ਟਿਊਸ਼ਨ ਨਹੀਂ ਪੜ੍ਹਾਈ। ਸਕੂਲ 'ਚ ਜਿਹੜਾ ਮੈਂ ਪੜ੍ਹਾਉਣਾ ਹੈ ਬਸ ਪੜ੍ਹਾਉਣਾ, ਉਸ ਤੋਂ ਬਾਅਦ ਫਿਰ ਅਗਲੇ ਦਿਨ ਸਵੇਰ ਸਕੂਲ ਤੱਕ ਮੈਂ ਫਾਰਿਗ ਹਾਂ। ਉਹ ਫਿਰ ਅੱਲਾਹ ਨੇ ਰੁਝਾਨ ਇਧਰ ਵੀ ਪੈਦਾ ਕਰ ਛੜਿਆ, ਅਲਹਮਦੁਲਿਲਾ। ਤੇ ਜਦੋਂ ਤੁਸੀਂ ਆਪਣਾ ਸੂਫੀਆਨਾ ਕਲਾਮ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਤੁਸੀਂ ਲਿਖੀ ਜਾਂ ਸੁਣਾਈ ਲੋਕਾਂ ਨੂੰ? ਸਭ ਤੋਂ ਪਹਿਲਾਂ ਸ਼ਾਇਰੀ ਵਿੱਚ ਤੇ ਮੈਂ ਅੱਲਾਹ ਪਾਕ ਦੀ ਹਮਦ ਲਿਖੀ, ਤੇ ਔਰ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਦੇ ਕਲਾਮ ਦੇ ਵਿੱਚੋਂ ਮੈਂ ਚੌਧਰੀ ਰਿਆਸਤ ਅਲੀ ਜਿਹੜੇ ਸਨ ਅੱਲਾ ਜੰਨਤ ਨਸੀਬ ਕਰੇ, ਉਹਨਾਂ ਕੋਲੋਂ ਮੈਂ ਭਰਾਵਾਂ ਉੱਤੇ ਇੱਕ ਸ਼ੇਰ ਸੁਣਿਆ, ਉਹਨਾਂ ਤੋਂ ਮੈਂ ਫਿਰ ਮੁਤਾਸਰ ਹੋਇਆ। ਤੇ ਫਿਰ ਇਸੇ ਤਰ੍ਹਾਂ ਸਾਈਂ ਅਸਗਰ ਅਲੀ ਸਾਹਿਬ ਦਾ ਵੀ ਨਾਂ ਕਾਬਲੇ ਜ਼ਿਕਰ ਹੈ, ਉਹਨਾਂ ਦੇ ਨਾਲ ਨਾਲ ਬਾਬਾ ਜੀ ਰਹਿਮਤ ਅਲੀ, ਤਾਇਆ ਜੀ ਰਫੀਕ ਤੇ ਬਾਬਾ ਰਸ਼ੀਦ ਡਰਾਈਵਰ ਸਾਹਿਬ, ਇਹੋ ਨਾਂ ਨੇ ਕਿ ਜਿਨ੍ਹਾਂ ਤੋਂ ਬਗੈਰ ਮੇਰੀ ਗੁਫ਼ਤਗੂ ਮੁਕੰਮਲ ਨਹੀਂ। ਇਹਨਾਂ ਦੋਸਤਾਂ ਨੇ ਮੁਹੱਬਤ ਕੀਤੀ, ਸਾਈਂ ਅਸਗਰ ਨਾਲ ਮੇਰੀ ਮੁਲਾਕਾਤ ਕਰਵਾਈ, ਜਿਨ੍ਹਾਂ ਮੈਨੂੰ ਖਾਸ ਤੌਰ 'ਤੇ ਫਿਰ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਦੀ ਕਿਤਾਬ ਦੇ ਬਾਰੇ ਦਰਸ ਦਿੱਤਾ, ਫਿਰ ਮੈਨੂੰ ਅਫਾਦੀਅਤ ਦੱਸੀ, ਉਹਦੇ ਬਾਰੇ ਗੱਲਬਾਤ ਹੋਈ, ਔਰ ਫਿਰ ਮੇਰਾ ਜ਼ਿਹਨ ਬਣਿਆ ਕਿ ਬਾਬਾ ਜੀ ਦੀ ਕਿਤਾਬ ਜਿਹੜੀ ਹੈ ਪੜ੍ਹਨੀ ਚਾਹੀਦੀ ਹੈ। ਇਹ ਦੇ ਸਫ਼ਰ ਤੁਸੀਂ ਮੁੱਢਲੀ ਤਲੀਮ ਦੇ ਨਾਲ ਨਾਲ ਅਗਲੇ ਪਾਸੇ ਸ਼ੁਰੂ ਕਰ ਛੜਿਆ, ਤੇ ਦੂਜੇ ਪਾਸੇ ਇਸ ਪਸਮਾਂਦਾ ਇਲਾਕੇ ਤੋਂ, ਜਿੱਥੇ ਸੜਕਾਂ ਵੀ ਠੀਕ ਨਹੀਂ ਸਨ, ਟੋਏ ਟਿੱਬੇ ਇੰਨੇ ਸਨ ਕਿ ਸਫ਼ਰ ਕਰਨਾ ਇੱਕ ਮੁਸ਼ਕਲ ਸੀ, ਤੇ ਦੂਜੇ ਪਾਸੇ ਹਵਾਈ ਜਹਾਜ਼ ਦਾ ਹੁੰਟਾ ਲਿਆ, ਤੇ ਉਹ ਕਿਹੜੀ ਚੀਜ਼ ਸੀ ਐਸੀ ਤੁਹਾਡੀ ਸ਼ਾਇਰੀ ਦੇ ਵਿੱਚ, ਕਿਹੜਾ ਐਸਾ ਕਲਾਮ ਸੀ ਜਿਹਨੇ ਤੁਹਾਨੂੰ ਬਾਹਰ ਦੇ ਮੁਲਕਾਂ ਤੱਕ ਪਹੁੰਚਾ ਦਿੱਤਾ? ਉਹਦੇ ਵਿੱਚ ਜੀ ਸੂਫੀਆ ਦੇ ਕਲਾਮ, ਬਾਬਾ ਜੀ ਵਾਰਿਸ ਸ਼ਾਹ ਸਰਕਾਰ ਔਰ ਬਾਕੀ ਸੂਫੀਆ ਦੇ ਕਲਾਮ, ਖਾਸ ਤੌਰ 'ਤੇ ਇੱਥੇ ਮੈਂ ਜ਼ਿਕਰ ਕਰਾਂਗਾ ਮੀਆਂ ਆਸਿਫ ਅਲੀ ਸਾਹਿਬ ਔਰ ਜਨਾਬ ਮੀਆਂ ਅਬਦੁਲ ਰਸ਼ੀਦ ਐਡਵੋਕੇਟ ਸਾਹਿਬ, ਕਿ ਜਿਨ੍ਹਾਂ ਦੀ ਖਾਸ ਮਿਹਰਬਾਨੀ ਦੇ ਨਾਲ ਡਾਕਟਰ ਦਲਬੀਰ ਸਿੰਘ ਕਥੂਰੀਆ ਹੋਰੀ, ਉਹਨਾਂ ਨਾਲ ਮੇਰੀ ਮੁਲਾਕਾਤ ਇਹਨਾਂ ਦੋਸਤਾਂ ਕਰਾਈ, ਔਰ ਜਿਨ੍ਹਾਂ ਨੇ ਮੈਨੂੰ ਅੱਜ ਵੀ ਯਾਦ ਹੈ ਕਿ ਲਾਹੌਰ ਪਿਲਾਕ ਦੇ ਵਿੱਚ ਕਲਾਮ ਤੇ ਮੇਰੇ ਕੋਲ ਜਿਹੜਾ ਸੁਣਿਆ ਸੀ, ਲੇਕਿਨ ਸ਼ਾਇਰੀ ਜਿਸ ਵੇਲੇ ਸੁਣੀ ਤੇ ਉਹ ਫਿਰ ਉਹਨਾਂ ਨੇ ਸ਼ਾਇਰੀ ਦੇ ਲਿਹਾਜ਼ ਨਾਲ ਮੈਨੂੰ ਕਿਹਾ ਜੀ ਅਸੀਂ ਬੁਲਾਉਣਾ ਚਾਹੁੰਦੇ ਹਾਂ, ਔਰ ਮੈਨੂੰ ਜਿਹੜਾ ਸਪਾਂਸਰ ਲੈਟਰ ਆਇਆ ਸੀ ਉਹ ਐਜ਼ ਏ ਪੋਏਟ ਆਇਆ ਸੀ, ਤੇ ਉਹ ਫਿਰ ਉਹਦੇ ਤੇ ਅੱਲਾਹ ਪਾਕ ਦਾ ਕਰਮ ਹੋਇਆ, ਵੀਜ਼ਾ ਲੱਗ ਗਿਆ।
ਲੋ ਜੀ, ਫਿਰ ਹਸਨੈਨ ਅਕਬਰ ਜਿਹੜਾ ਸਾਡਾ ਪਾਕਿਸਤਾਨ ਦਾ ਸੂਫੀ ਸਿੰਗਰ ਵੀ ਹੈ, ਸੂਫੀ ਕਲਾਮ ਪੜ੍ਹ ਕੇ ਦਿਲਾਂ ਤੇ ਰਾਜ ਕਰਨ ਵਾਲਾ ਵੇ। ਮੇਰਾ ਪਾਕਿਸਤਾਨ ਵਿੱਚ ਨਹੀਂ, ਪਾਕਿਸਤਾਨ ਤੋਂ ਬਾਹਰ ਮੇਰਾ ਸਿੱਖ ਵੀ ਸ਼ਾਮਲ ਨੇ ਉਹਨਾਂ ਦੇ ਵਿੱਚ। ਜੀ ਜੀ, ਦੋਵੇਂ ਲਹਿੰਦੇ ਚੜ੍ਹਦਾ ਪੰਜਾਬ ਹੋਇਆ ਔਰ ਕੈਨੇਡਾ ਦੇ ਵਿੱਚ ਵੀ ਅਲਹਮਦੁਲਿਲਾ ਅੱਲਾਹ ਪਾਕ ਦਾ ਕਰਮ ਹੈ, ਬਹੁਤ ਅੱਲਾਹ ਪਾਕ ਨੇ ਇਸ ਨਾਲ ਨਵਾਜ਼ਿਆ। ਲੋ ਜੀ, ਸੁਣਦੇ ਹਾਂ ਠਾਹ ਕਰਕੇ ਚੋਈ ਸਾਹਿਬ ਦੇ ਕੋਲੋਂ ਜਿਹੜਾ ਇਹਨਾਂ ਦਾ ਪਸੰਦੀਦਾ ਕਲਾਮ ਹੈ, ਜਿਹੜਾ ਪਾਕਿਸਤਾਨ ਤੋਂ ਬਾਹਰ ਮਸ਼ਹੂਰ ਹੋਇਆ, ਉਹ ਸਾਨੂੰ ਸੁਣਾਉਂਦੇ ਨੇ। अल्लाहू 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 अल्लाह अल्लाह बोल फकीरा, अल्लाह अल्लाह बोल, अल्लाह अल्लाह बोल फकीरा, अल्लाह अल्लाह बोल। नजर न आवे फिर भी वसे, नजर न आवे फिर भी वसे, शारग कौमी कोल, अल्लाह अल्लाह बोल फकीरा, अल्लाह अल्लाह बोल। रब चावे ते नाल इरादे अग गुलजार बनावे, रब चावे ते अबाबिलां तो हाथियां नू मरवावे। अल्लाहू अल्लाहू अल्लाहू, रब चावे ते नाल राते अग गुलजार बनावे, रब चावे ते अबाबिलां तो हाथियां नू मरवावे, रब चावे ते ताजां वाले, रब चावे ते ताजा वाले मिट्टी देवे रोल, अल्लाह अल्लाह बोल फकीरा, अल्लाह अल्लाह बोल। हक की गल करिए ते हक ते माँ बाप ते बड़े सियाणे ने चलना चाहिए वे। जो हक ते चलीए तो फिर बड़े फायदे होंदे ने, इहदे बारे की कहोगे? जी बिल्कुल, वालदैन एक ऐसी उस्ताद और हस्ती होंदे ने कि दुनिया ते जिन्ना माँ और बाप खास तौर ते इन्हां दे नक्शे कदम ते इन्हां दे कहे ते जेड़े टुरे ने उन्हां ने दुनिया ते इज्जतां पाईयां ने। क्योंकि मैं दुनिया विच अपने माँ ते बाप तो वड्डा तुहाडे वास्ते खैर खा कोई नहीं, तुहाडे वास्ते दुआ करने वाला कोई नहीं और तुहाडियां खैरां मंगण वाला कोई नहीं। इस वास्ते अज भी अगर कोई बंदा कामयाब होना चाहता है, अजे भी अगर माँ बाप जिंदा ने, उन्हां दे कदम फड़ ले, उन्हां दी खिदमत शुरू कर दे, रब दुनिया ते इज्जतां नाल नवाज दे। हसनैन वीर, पंजाब दे इस पसमानदा इलाके तलक रखदे हो ते अल्लाह ने अरूज भी बड़ा दिता वे, अल्लाह ने इज्जत भी बड़ी दी है, एहतराम भी बड़ा है ते माँ बाप दी कदी याद आउंदी है, दुआवां याद आउंदियां ने? असल बड़ा तुहां डाढा सवाल करता है क्योंकि मैनूं याद है मैं पंजाब लैवल दा खिलाड़ी सां, लठ सुहागे कबड्डी फुटबाल एथलैटिक्स अलहमदुलिल्ला मैं जी भर के स्पोर्ट्स खेडी है कीती है और अल्लाह ने नाम ही दिता है। मगर जिस दिन दी मेरी वालदा फौत हो गई मैं उस दिन तो बाद ग्राउंड च नहीं गया, क्योंकि जो माँ तुहानूं दुआवां दिंदी है ना पिछों जदों तुसीं जांदे जे खेडदे जे, वो दुनिया ते होर कोई दुआ नहीं दे सकदा। वो फिर उस ग्राउंड च ते फिर मैं नहीं वड़िया, लेकिन उस तो बाद फिर मैं सूफिया दे कदमां च जाके बैठ गया। माँ की दुआ देंदी सी? बस माँ दी कोई दुआ सी, जा पुत्र अल्लाह तेनों इज्जतां देवेगा, जिथे तू जावेगा तेनों इज्जतां ही मिलणगियां। माशाअल्लाह माशाअल्लाह। अज फिर उस मां नूं सलाम कर लईए, कोई ऐसा कलाम जिहड़ा तुसीं पेश करना चाहो। मां दी मिठड़ी बोली सी ना ठार दिए, मां दी मिठड़ी बोली सी ना ठार दिए, सोना कह के मां जद वाजा मार दिए, सोना कह के मां जद वाजा मार दिए।
ਮਾਂ ਦਾ ਹੁਕਮ ਜੇ ਮੰਨੀਏ ਡਾਕੂ ਲੁੱਟਦੇ ਨਹੀਂ, ਮਾਂ ਦਾ ਹੁਕਮ ਜੇ ਮੰਨੀਏ ਡਾਕੂ ਲੁੱਟਦੇ ਨਹੀਂ। ਗੱਲ ਮੇਰੀ ਨਹੀਂ ਵਲੀਆਂ ਦੇ ਸਰਦਾਰ ਦੀਏ, ਸੋਹਣਾ ਕਹਿ ਕੇ ਮਾਂ ਜਦ ਵਾਜਾਂ ਮਾਰਦੀ ਏ। ਧੀ ਦਾ ਦਾਜ ਬਣਾਵਣ ਲਈਏ ਰਾਤ ਦਿਨੇ, ਧੀ ਦਾ ਦਾਜ ਬਣਾਵਣ ਲਈਏ ਰਾਤ ਦਿਨੇ। ਚਰਖਾ ਕੱਤਦੀ ਹਿੰਮਤ ਨਾ ਹਾਰਦੀ ਏ, ਸੋਹਣਾ ਕਹਿ ਕੇ ਮਾਂ ਜਦ ਵਾਜਾਂ ਮਾਰਦੀ ਏ। ਕਿ ਬੀਵੀ ਦੇ ਨਾਲ ਮਾਂ ਨੂੰ ਕਦੀ ਵੀ ਤੋਲੀ ਨਾ, ਬੀਵੀ ਦੇ ਨਾਲ ਮਾਂ ਨੂੰ ਕਦੀ ਵੀ ਤੋਲੀ ਨਾ। ਮਾਂ ਪਿਓ ਅੱਗੇ ਕਦੀ ਵੀ ਉੱਚਾ ਬੋਲੀ ਨਾ। ਬੱਚਿਆਂ ਦੇ ਲਈ ਇਹੋ ਹੱਦ ਗੁਫ਼ਤਾਰ ਦੀਏ, ਸੋਹਣਾ ਕਹਿ ਕੇ ਮਾਂ ਜਦ ਵਾਜਾਂ ਮਾਰਦੀ ਏ। ਪੰਜਾਬੀ ਜ਼ਬਾਨ ਦੇ ਅਜ਼ੀਮ ਸੂਫੀ ਕਲਾਮ ਪੜ੍ਹਨ ਵਾਲੇ ਹਸਨੈਨ ਅਕਬਰ ਦੇ ਨਾਲ ਜਿਹੜੇ ਸੂਫੀਆਂ ਦੀ ਕਲਾਮ ਨੂੰ ਅੱਗੇ ਲੈ ਕੇ ਚੱਲਦੇ ਨੇ, ਜਿਹੜੀ ਉਹਨਾਂ ਤਲੀਮਾਤ ਤੋਂ ਲੈ ਕੇ ਉਹਨਾਂ ਦਾ ਪ੍ਰਚਾਰ ਕਰਦੇ ਨੇ, ਸਰਹੱਦਾਂ ਬਾਹਰ ਜਾ ਕੇ ਉਸ ਦਾ ਪ੍ਰਚਾਰ ਕਰਦੇ ਨੇ। ਤੇ ਅੱਜ ਅਸੀਂ ਸੋਹਣੇ ਅੱਲਾ ਦੀ ਗੱਲ ਸੁਣੀ, ਪਿਆਰੀ ਮਾਂ ਦੀ ਗੱਲ ਸੁਣੀ ਤੇ ਹੋਰ ਇਹਨਾਂ ਨਾਲ ਗੱਲਬਾਤ ਕੀਤੀ। ਐਸੇ ਪ੍ਰੋਗਰਾਮ ਨਾਲ ਆਪਣੇ ਮੇਜ਼ਬਾਨ ਅਖਤਰ ਸੁਲਝਣ ਜਵਾਨ ਨੂੰ ਇਜਾਜ਼ਤ ਦੇਵੋ।